ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੁਝ ਦਿਨ ਪਹਿਲਾਂ ਇੱਕ ਜੋ ਅਮਰੀਕਾ ਦਾ ਵਿਅਕਤੀ ਹੈ ਥਮਿੰਦਰ ਆਨੰਦ, ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਦੋਸ਼ ਲਗਾਏ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਕੇ ਉਸ ਦੇ ਵਿੱਚ ਫੇਰ ਬਦਲ ਕਰਕੇ ਜੋ ਹੈ ਉਸ ਨੂੰ ਪ੍ਰਕਾਸ਼ਿਤ ਕੀਤਾ ਗਿਆ। ਉਸ ਵੱਲੋਂ ਆਨਲਾਈਨ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਨੇ ਉਹ ਪ੍ਰਸਾਰਿਤ ਕੀਤੇ ਗਏ, ਜਿਸ ਤੋਂ ਬਾਅਦ ਜਥੇਦਾਰ ਹਰਪ੍ਰੀਤ ਸਿੰਘ ਜੀ ਵੱਲੋਂ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਤੇ ਉਸ ਨੂੰ 1 ਮਹੀਨੇ ਦਾ ਟਾਈਮ ਦਿੱਤਾ ਸੀ ਕਿ ਉਹ ਦਰਬਾਰ ਸਾਹਿਬ ਆ ਕੇ अपनी जो सजा है वो भुगते। वो जेड़ा भी डाटा उसने कलैक्ट किया है, जो भी उस कोले ऑनलाइन या ऑफलाइन जो डाटा है वो आके सबमिट करके जाए। जिस तो बाद हुण थमिंदर आनंद वालों एक वीडियो जारी की जाती है जिस विच उसने अपना स्पष्टीकरण दिता है कि जो भी वो ये काम कर रहा सी, ये किस दे कहण ते काम कर रहा सी ते जो भी फेर बदल उस वालों कीते गए वो क्यों कीते गए, की रीजन सी, वो वीडियो भी तुहानूं सुणाउने आ। ते उसने हुण ये गल कही है कि सेहत खराब होने करके ਉਹ ਅਕਾਲ ਤਖਤ ਸਾਹਿਬ ਤੇ ਪੇਸ਼ ਨਹੀਂ ਹੋ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਸਮੁੱਚੇ ਖਾਲਸਾ ਪੰਥ ਕੋਲੋਂ ਹੋਈ ਕਿਸੇ ਵੀ ਭੁੱਲ ਚੁੱਕ ਲਈ ਇੱਕ ਵਾਰੀ ਫਿਰ ਮਾਫੀ ਮੰਗਦਾ ਹਾਂ। ਮੈਂ ਕਦੇ ਵੀ ਕਿਸੇ ਦਾ ਦਿਲ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਨਾ ਹੀ ਮੈਂ ਕੋਈ ਵੀ ਧਾਰਮਿਕ ਕਾਰਜ ਆਪਣੇ ਨਿੱਜੀ ਲਾਭ ਅਤੇ ਮੁਨਾਫਾ ਕਮਾਉਣ ਲਈ ਹੀ ਕੀਤਾ ਹੈ। ਮੇਰੀ ਜ਼ਿੰਦਗੀ ਦਾ ਇੱਕੋ ਇੱਕ ਮਿਸ਼ਨ ਰਿਹਾ ਹੈ ਕਿ ਸਾਡੇ ਸਤਿਗੁਰੂ ਵੱਲੋਂ ਕੀਤਾ ਕਾਰਜ ਸਾਰੀ ਦੁਨੀਆ ਉੱਤੇ ਫੈਲੇ। ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਮੈਂ ਕਦੀ ਵੀ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਕਿਸੇ ਪੋਲੀਟੀਕਲ ਆਰਗੇਨਾਈਜੇਸ਼ਨ ਦਾ ਮੈਂਬਰ ਨਹੀਂ ਰਿਹਾ ਹਾਂ। ਮੈਂ ਤਾਂ ਸਿਰਫ ਇੱਕ ਅਮਰੀਕਨ ਸਿੱਖ ਹਾਂ ਅਤੇ ਮੈਨੂੰ ਉਸ ਉੱਤੇ ਮਾਣ ਹੈ ਅਤੇ ਮੇਰੀ ਦਿਲੀ ਇੱਛਾ ਹੈ ਕਿ ਸਾਡਾ ਧਰਮ ਸਾਰੇ ਅਮਰੀਕਾ ਅਤੇ ਦੁਨੀਆ ਦੇ ਹਰ ਕੋਨੇ ਵਿੱਚ ਫੈਲੇ। ਮੈਂ ਸਾਰੀ ਸੰਗਤਾਂ ਨਾਲ ਇਹ ਗੱਲ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਸਿੱਖ ਬੁੱਕ ਕਲੱਬ ਰਾਹੀਂ ਪਿਛਲੇ 15-20 ਸਾਲਾਂ ਤੋਂ ਮੈਂ ਸਿੱਖ ਪੰਥ ਦੀ ਸੇਵਾ ਕਰ ਰਿਹਾ ਹਾਂ ਅਤੇ ਇਸ ਕੰਮ ਵਿੱਚ ਮੈਂ ਕਦੀ ਵੀ ਕੋਈ ਪੈਸੇ ਨਹੀਂ ਕਮਾਏ। ਸਤਿਗੁਰੂ ਨੂੰ ਸਮਰਪਿਤ ਹੋ ਕੇ ਬਿਲਕੁਲ ਫ੍ਰੀ ਸੇਵਾ ਕੀਤੀ ਜਾ ਰਹੀ ਹੈ। ਸਿੱਖ ਬੁੱਕ ਕਲੱਬ ਵਿੱਚ ਲੱਖਾਂ ਡਾਲਰ ਖਰਚ ਕੇ 10,000 ਤੋਂ ਵੀ ਉੱਤੇ ਵੱਧ ਪੁਸਤਕਾਂ ਡਿਜੀਟਾਈਜ਼ ਕਰਕੇ ਪਾਈਆਂ ਗਈਆਂ ਹਨ ਅਤੇ ਉਹਨਾਂ ਪੁਸਤਕਾਂ ਦੀ ਕਾਪੀ ਕੋਈ ਵੀ ਕਰ ਸਕਦਾ ਹੈ ਔਰ ਬਿਲਕੁਲ ਫ੍ਰੀ ਹਨ। ਇਸੇ ਸਿੱਖ ਬੁੱਕ ਕਲੱਬ ਰਾਹੀਂ ਮੇਰਾ ਸੰਪਰਕ ਜਥੇਦਾਰ ਜੋਗਿੰਦਰ ਸਿੰਘ ਵਦਾਂਤੀ ਜੀ ਨਾਲ ਹੋਇਆ ਸੀ। ਉਹਨਾਂ ਨੇ ਗੱਲਬਾਤਾਂ ਰਾਹੀਂ ਜ਼ਿਕਰ ਕੀਤਾ ਸੀ ਕਿ ਉਹ 20-25 ਸਾਲਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੋਈਆਂ ਛਾਪੇ ਆਦਿ ਦੀਆਂ ਗਲਤੀਆਂ 'ਤੇ ਕੰਮ ਕਰ ਰਹੇ ਹਨ ਅਤੇ ਉਹ ਕੰਮ ਹੁਣ ਪੂਰਾ ਹੋ ਚੁੱਕਿਆ ਹੈ। ਉਹਨਾਂ ਦੱਸਿਆ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1952 ਵਿੱਚ ਛਾਪੀ ਬੀੜ ਵਿੱਚ 700 ਦੇ ਲਗਭਗ ਉਕਾਈਆਂ ਸਨ। ਹੁਣ ਦੀਆਂ ਬੀੜਾਂ ਵਿੱਚ ਸ਼੍ਰੋਮਣੀ ਕਮੇਟੀ ਅਤੇ ਉਹਨਾਂ ਦੀ ਖੋਜ ਮੁਤਾਬਿਕ 5000 ਦੇ ਕਰੀਬ ਉਕਾਈਆਂ ਹੋ ਗਈਆਂ ਹਨ। ਇਹ ਸਾਰੀਆਂ ਉਕਾਈਆਂ ਸ਼੍ਰੋਮਣੀ ਕਮੇਟੀ ਨੇ ਆਪ ਹੀ ਸਾਰੇ ਖਾਲਸਾ ਪੰਥ ਸਾਹਮਣੇ ਸਮੇਂ-ਸਮੇਂ ਕਮੇਟੀਆਂ ਬਣਾ ਕੇ ਲਿਆਂਦੀਆਂ ਹਨ, ਲੇਕਿਨ ਪਿਛਲੇ 70 ਸਾਲਾਂ ਤੋਂ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਗੁਰੂ ਖਾਲਸਾ ਪੰਥ ਜੀਓ, ਹੁਣ ਫੈਸਲਾ ਤੁਸੀਂ ਕਰਨਾ ਹੈ ਕਿ ਜਿਹੜੀ ਕਮੇਟੀ 1-2 ਸਾਲ ਨਹੀਂ ਸਗੋਂ 70 ਸਾਲ ਤੱਕ ਰਹਿ ਗਈਆਂ ਉਕਾਈਆਂ ਨੂੰ ਠੀਕ ਨਾ ਕਰ ਸਕੇ ਤਾਂ ਫਿਰ ਸੰਗਤਾਂ ਨੂੰ ਕੀ ਕਰਨਾ ਚਾਹੀਦਾ ਹੈ। ਸਾਡੀਆਂ ਆਉਣ ਵਾਲੀਆਂ ਨਸਲਾਂ ਕੀ ਹਮੇਸ਼ਾ ਹੀ ਗਲਤ ਪਾਠ ਕਰਦੀਆਂ ਰਹਿਣਗੀਆਂ? ਕੀ ਉਹ ਸਾਨੂੰ ਕਦੀ ਉਹਨਾਂ ਰਹਿ ਗਈਆਂ ਉਕਾਈਆਂ ਲਈ ਮਾਫ ਕਰਨਗੀਆਂ? ਇਸੇ ਲਈ ਵਦਾਂਤੀ ਜੀ ਅਤੇ ਹੋਰ ਵਿਦਵਾਨਾਂ ਨੇ ਰਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦਾ ਇਹ ਖਲੜਾ ਤਿਆਰ ਕਰਕੇ ਪੰਥ ਸਾਹਮਣੇ ਪ੍ਰਵਾਨਗੀ ਲਈ ਲਿਆਉਣ ਲਈ ਕਿਹਾ ਸੀ। ਹੁਣ ਇਸ ਦੀ ਮਨਜ਼ੂਰੀ ਪੰਥ ਨੇ ਦੇਣੀ ਹੈ। ਮੈਂ ਬਿਲਕੁਲ ਵੀ ਇਸ ਦੀ ਕੋਈ ਛਪਾਈ ਨਹੀਂ ਕੀਤੀ ਹੈ। ਖਾਲਸਾ ਜੀਓ, ਦੂਸਰਾ ਮਾਮਲਾ ਬੀੜਾਂ ਦੀ ਛਪਾਈ ਦਾ ਹੈ। ਹੁਣ ਤੁਸੀਂ ਹੀ ਦੱਸੋ ਕਿ ਜੇਕਰ ਕਿਸੇ ਨੂੰ ਆਪਣੇ ਘਰ ਵਿੱਚ ਮਹਾਰਾਜ ਦਾ ਪ੍ਰਕਾਸ਼ ਕਰਨਾ ਹੈ ਤਾਂ ਕਿ ਪਹਿਲਾਂ ਉਹ ਟਿਕਟਾਂ ਲੈ ਕੇ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਜਾਂ ਦਿੱਲੀ ਜਾਏ, ਫਿਰ ਸਿਕਿਉਰਿਟੀ ਰਾਹੀਂ ਸਭ ਕੁਝ ਨੂੰ ਖੋਲ੍ਹ ਕੇ ਚੈੱਕ ਕਰਾਏ? ਕੀ ਕੋਈ ਸਧਾਰਨ ਪਰਿਵਾਰ ਇਹ ਸਾਰਾ ਖਰਚਾ ਕਰ ਸਕਦਾ ਹੈ?
ਇਸੇ ਲਈ ਬਹੁਤ ਸਾਰੀ ਸੰਗਤਾਂ ਆਪਣੇ ਘਰ ਵਿੱਚ ਮਹਾਰਾਜ ਦਾ ਪ੍ਰਕਾਸ਼ ਕਰਨ ਨੂੰ ਵਾਂਝੀਆਂ ਰਹਿ ਜਾਂਦੀਆਂ ਹਨ ਅਤੇ ਸਤਿਗੁਰੂ ਸਾਹਿਬ ਦਾ ਪਾਠ ਨਹੀਂ ਕਰ ਸਕਦੀਆਂ। ਹੁਣ ਤੁਸੀਂ ਹੀ ਦੱਸੋ ਕਿ ਇਹ ਗੁਰੂ ਨਾਲ ਜੋੜਨਾ ਹੋਇਆ ਕਿ ਤੋੜਨਾ ਹੋਇਆ। ਅਗਲੀ ਗੱਲ ਹੈ ਬੀੜਾਂ ਨੂੰ ਮੇਲ ਰਾਹੀਂ ਭੇਜਣ ਦੀ। ਮੈਂ ਬਹੁਤ ਨਿਰਭਰਤਾ ਸਹਿਤ ਕਹਿਣਾ ਚਾਹੁੰਦਾ ਹਾਂ ਕਿ ਤਿਥੀ 28 ਦਸੰਬਰ 1944 ਨੂੰ ਸ਼੍ਰੋਮਣੀ ਕਮੇਟੀ ਨੇ ਖੁਦ ਹੀ ਮਤਾ ਪਾਸ ਕੀਤਾ ਹੋਇਆ ਹੈ ਕਿ ਲੋੜ ਪੈਣ ਤੇ ਬੀੜਾਂ ਪਾਰਸਲ ਰਾਹੀਂ ਭੇਜੀਆਂ ਜਾ ਸਕਦੀਆਂ ਹਨ। ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਅਮਰੀਕਾ ਵਿੱਚ 6 ਲੱਖ ਦੇ ਕਰੀਬ ਸਿੱਖ ਪਰਿਵਾਰ ਰਹਿੰਦੇ ਹਨ ਅਤੇ ਅਸੀਂ ਬੀੜਾਂ ਦੀ ਘਾਟ ਨੂੰ ਪੂਰੀਆਂ ਕਰਨ ਲਈ 2014 ਰਾਹੀਂ ਬੀੜਾਂ ਦੀ ਛਪਾਈ ਇਨ ਬਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਛਾਪੀ ਹੋਈ ਬੀੜ ਅਨੁਸਾਰ ਹੀ ਕਰਾਈ ਸੀ, ਜੋ ਕਿ 2019 ਤੱਕ ਅਸੀਂ ਬਿਲਕੁਲ ਭੇਟਾ ਰਹਿਤ ਸਾਰੀ ਸੰਗਤਾਂ ਨੂੰ ਵੰਡਦੇ ਰਹੇ ਹਾਂ। ਸਾਡਾ ਇੱਕੋ ਇੱਕ ਮਕਸਦ ਸੀ ਕਿ ਘਰ ਘਰ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਏ। ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਇਹ ਬੀੜਾ ਅਸੀਂ ਵੇਅਰਹਾਊਸ ਵਿੱਚ ਬਿਲਕੁਲ ਅਲੱਗ ਉੱਚੀ ਸੁੱਚੀ ਜਗ੍ਹਾ ਬਣਾ ਕੇ ਉਸ ਉੱਤੇ ਬਹੁਤ ਸਤਿਕਾਰ ਨਾਲ ਚਾਨਣੀ ਲਗਾਈ ਸੀ ਅਤੇ ਸਾਰੀ ਬੀੜਾਂ ਬਹੁਤ ਅਦਬ ਸਹਿਤ ਚਾਦਰਾਂ ਵਿਛਾ ਕੇ ਰੱਖੀਆਂ ਗਈਆਂ ਸਨ। 2019 ਵਿੱਚ ਮੈਂ ਉਹ ਕਾਰੋਬਾਰ ਬੰਦ ਕੀਤਾ ਸੀ। ਜੋ ਬੀੜਾਂ ਰਹਿ ਗਈਆਂ ਸਨ ਉਹ ਸਾਰੀ ਭੇਟਾ ਰਹਿਤ ਵੱਖੋ ਵੱਖ ਗੁਰਦੁਆਰੇ ਅਤੇ ਲੋੜਵੰਦ ਪਰਿਵਾਰਾਂ ਨੂੰ ਦੇ ਦਿੱਤੀਆਂ ਗਈਆਂ ਸਨ। ਹੁਣ ਸਾਡੇ ਕੋਲ ਕੋਈ ਬੀੜ ਬਾਕੀ ਨਹੀਂ ਹੈ ਜੀ। ਗੁਰ ਪਿਆਰਿਓ, ਇਹ ਵਕਤ ਪੰਜਾਬ ਅੰਦਰ ਬਹੁਤ ਗਿਣਤੀ ਵਿੱਚ ਸਿੱਖ ਕ੍ਰਿਸਚੀਅਨ ਬਣਦੇ ਜਾ ਰਹੇ ਹਨ ਅਤੇ ਅਮਰੀਕਾ ਵਿੱਚ ਵੀ ਸਾਡੇ ਬੱਚੇ ਦਿਨੋਂ ਦਿਨ ਪਤਤ ਹੋ ਜਾਂਦੇ ਹਨ। ਇਹ ਸਭ ਕੁਝ ਨੂੰ ਸਮੇਂ ਦੀ ਜ਼ਰੂਰਤ ਸਮਝ ਕੇ ਹੀ ਮੈਂ ਇਹ ਸਾਰਾ ਕਾਰਜ ਕਰਦਾ ਰਿਹਾ ਹਾਂ। ਇਹ ਸਾਰੀ ਬੇਨਤੀ ਮੈਂ ਗੁਰੂ ਖਾਲਸਾ ਪੰਥ ਦੀ ਕਚਹਿਰੀ ਵਿੱਚ ਪੇਸ਼ ਕਰ ਰਿਹਾ ਹਾਂ। ਮੈਂ ਹੁਣ ਕੋਈ ਕਾਰਜ ਨਹੀਂ ਕਰ ਰਿਹਾ, ਸਾਰਾ ਪੰਥ ਦੇ ਸਪੁਰਦ ਕਰ ਦਿੱਤਾ ਹੈ। ਭੁੱਲਾਂ ਚੁੱਕਾਂ ਲਈ ਖਿਮਾ। ਗੁਰੂ ਖਾਲਸਾ ਪੰਥ ਦਾ ਦਾਸ ਥਮਿੰਦਰ ਸਿੰਘ ਆਨੰਦ।